ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰੀਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਦੈਟ ਡੇਲੀ ਦੀ ਅਪਡੇਟ ਮਿਲਦੀ ਰਹੇ। ਹਾਂਜੀ, ਅੱਜ ਆਪਾਂ ਫਿਜ਼ਿਕਸ ਦੀ ਜੋ ਮਾਸਟਰ ਕੈਡਰ ਦੀ ਸੀਰੀਜ਼ ਸਟਾਰਟ ਕੀਤੀ ਹੈ ਉਸ ਨੂੰ ਕੰਟੀਨਿਊ ਕਰਾਂਗੇ। ਆਈ ਹੋਪ ਤੁਸੀਂ ਪਿਛਲਾ ਜਿੰਨਾ ਆਪਾਂ ਕੰਮ ਕਰਵਾਇਆ ਉਹ ਕੰਪਲੀਟ ਕਰ ਚੁੱਕੇ ਹੋ, ਨਾਲ ਕਰ ਰਹੇ ਹੋ। ਨਾਲ ਦੀ ਨਾਲ ਰਿਵੀਜ਼ਨ ਜ਼ਰੂਰ ਕਰਦੇ ਰਿਹਾ ਕਰੋ, MCQs ਨੂੰ ਸੋਲਵ ਕਰਦੇ ਰਿਹਾ ਕਰੋ ਸੋ ਦੈਟ ਤੁਹਾਡੀ ਪ੍ਰੈਕਟਿਸ ਹੁੰਦੀ ਰਹੇ। ਸਟਾਰਟ ਕਰਦੇ ਹਾਂ। ਅੱਜ ਦਾ ਜੋ ਆਪਣਾ ਟੌਪਿਕ ਹੈ ਉਹ ਹੋਏਗਾ ਵੇਵ ਓਸੀਲੇਸ਼ਨ ਐਂਡ ਆਪਟਿਕਸ ਦੇ ਵਿੱਚੋਂ, ਜਿਸ ਦਾ ਆਪਾਂ ਪਾਰਟ 1 ਕੰਪਲੀਟ ਕਰ ਚੁੱਕੇ ਹਾਂ। ਅਗਰ ਤੁਸੀਂ ਪਾਰਟ 1 ਨਹੀਂ ਦੇਖਿਆ ਤਾਂ ਦੇਖ ਲਿਓ ਸੋ ਦੈਟ ਤੁਹਾਡੇ ਬੇਸਿਕਸ ਕਲੀਅਰ ਹੋ ਜਾਣ। ਅੱਜ ਆਪਾਂ ਗੱਲ ਕਰਾਂਗੇ ਪਾਰਟ 2 ਦੀ, ਸੈਕਿੰਡ ਪਾਰਟ ਕਰਾਂਗੇ ਆਪਾਂ। ਸਭ ਤੋਂ ਪਹਿਲਾਂ ਲਾਸਟ ਆਪਾਂ ਨੇ ਗੱਲ ਕੀਤੀ ਸੀ, ਜੋ ਦੇਖੋ ਆਪਾਂ ਨੇ ਡਿਫਰੈਂਸ਼ੀਅਲ ਇਕੁਏਸ਼ਨ ਕੀਤੀ ਸੀ ਕਿਸ ਦੀ, SHM ਦੀ, ਡਿਫਰੈਂਸ਼ੀਅਲ ਇਕੁਏਸ਼ਨ ਆਫ SHM ਮਤਲਬ ਸਿੰਪਲ ਹਾਰਮੋਨਿਕ ਮੋਸ਼ਨ। ਕੀ ਹੁੰਦੀ ਹੈ ਇਸ ਦੀ ਇਕੁਏਸ਼ਨ? d² x/dt² ਪਲਸ ਓਮੇਗਾ ਸਕੁਅਰ x ਇਜ਼ ਇਕੁਅਲ ਟੂ 0। ਇਹ ਆਪਣੇ ਕੋਲ ਕੀ ਹੁੰਦੀ ਹੈ? ਡਿਫਰੈਂਸ਼ੀਅਲ ਇਕੁਏਸ਼ਨ ਹੁੰਦੀ ਹੈ। ਠੀਕ ਹੈ ਜੀ, ਇਸ ਦੀ ਡੈਰੀਵੇਸ਼ਨ ਤੱਕ ਆਪਾਂ ਕੰਪਲੀਟ ਕਰ ਲਿਆ ਸੀ। ਅੱਜ ਆਪਾਂ ਗੱਲ ਕਰਾਂਗੇ ਰਿਲੇਸ਼ਨ ਬਿਟਵੀਨ ਡਿਸਪਲੇਸਮੈਂਟ, velocity and acceleration in SHM। ਇਸ ਨੂੰ ਡਿਸਕਸ ਕਰਾਂਗੇ। ਦੇਖੋ, ਅਗਰ ਆਪਾਂ ਇਸ ਦੀ ਗੱਲ ਕਰੀਏ, ਇਸ ਦੇ ਵਿੱਚ ਆਪਾਂ ਕੀ ਦੇਖਾਂਗੇ? ਨੇਚਰ ਜਿਹੜੀਆਂ ਵੇਰੀਏਸ਼ਨ ਆਉਂਦੀਆਂ ਨੇ, ਵੇਰੀਏਸ਼ਨ ਦੇਖਾਂਗੇ ਜੋ ਕੀ ਆਉਂਦੀਆਂ ਨੇ, ਚੇਂਜਿਸ ਆਉਂਦੀਆਂ ਨੇ ਕਿਸ ਦੇ ਵਿੱਚ? SHM ਦੇ ਵਿੱਚ। ਕਿਸ ਦੇ? ਵਿਦ ਰਿਸਪੈਕਟ ਟੂ ਟਾਈਮ ਦੇ ਨਾਲ ਨਾਲ ਜੋ ਵੇਰੀਏਸ਼ਨਸ ਆਉਂਦੇ ਨੇ SHM ਦੇ ਵਿੱਚ, ਉਸ ਨੂੰ ਆਪਾਂ ਕੀ ਕਰਾਂਗੇ? ਡਿਸਕਸ ਕਰਾਂਗੇ। ਠੀਕ ਹੈ ਜੀ, ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਇਕੁਏਸ਼ਨ ਆਫ ਮੋਸ਼ਨ ਕੀ ਹੁੰਦੀ ਹੈ? y ਇਜ਼ ਇਕੁਅਲ ਟੂ, ਲੈਟ ਕਰ ਲੈਂਦੇ ਹਾਂ, a ਸਾਈਨ ਓਮੇਗਾ ਟੀ। ਕਲੀਅਰ? ਇਸ ਨੂੰ ਡਿਫਰੈਂਸ਼ੀਏਟ ਕਰ ਦਿੰਦੇ ਹਾਂ ਵਿਦ ਰਿਸਪੈਕਟ ਟੂ ਟੀ, ਡਿਫਰੈਂਸ਼ੀਏਟ ਵਿਦ ਰਿਸਪੈਕਟ ਟੂ ਟੀ। ਇਸ ਨੂੰ ਵਿਦ ਰਿਸਪੈਕਟ ਟੂ ਟੀ ਡਿਫਰੈਂਸ਼ੀਏਟ ਕਰਤਾ। ਦੇਖੋ, ਜਦੋਂ ਮੈਂ ਹੁਣ ਇਸ ਨੂੰ ਵਿਦ ਰਿਸਪੈਕਟ ਟੂ ਟੀ ਡਿਫਰੈਂਸ਼ੀਏਟ ਕਰੂੰਗੀ ਕੀ ਬਣ ਜੂਗਾ ਆਪਣੇ ਕੋਲ? dy/dt। ਧਿਆਨ ਨਾਲ ਸਮਝਿਓ ਹਰ ਸਟੈਪ। ਕਲੀਅਰ? ਤਾਂ ਇਹ ਇੱਦਾਂ ਹੀ ਰਹਿ ਜੂਗਾ, ਕੌਨਸਟੈਂਟ ਹੈ। ਸਾਈਨ ਓਮੇਗਾ ਟੀ ਦਾ ਜਦੋਂ ਡਿਫਰੈਂਸ਼ੀਏਟ ਕਰਦੇ ਕੀ ਆਊਗਾ? ਕੋਸ ਓਮੇਗਾ ਟੀ। ਨਾਲ ਕੀ ਆਊਗਾ? ਓਮੇਗਾ। ਆਪਾਂ ਨੂੰ ਪਤਾ ਜੋ ਵੀ ਫੰਕਸ਼ਨ ਹੈ ਉਸਦੇ ਨਾਲ ਅਗਰ ਵਿੱਚ ਕੌਨਸਟੈਂਟ ਪਿਆ ਉਹ ਨਾਲ ਆ ਜਾਂਦਾ ਹੁੰਦਾ। ਬਣ ਗਿਆ ਆਪਣੇ ਕੋਲ, ਕੀ ਬਣ ਗਿਆ? a ਓਮੇਗਾ ਕੋਸ ਓਮੇਗਾ ਟੀ। ਇਸ ਤਰ੍ਹਾਂ ਨਾਲ ਲਿਖ ਲਿਆ ਆਪਾਂ। ਨੈਕਸਟ ਅਗਰ ਆਪਾਂ ਗੱਲ ਕਰੀਏ, ਦੇਖੋ ਕੋਸ ਓਮੇਗਾ ਟੀ, ਅਗਰ ਮੈਂ ਕੀ ਕਰਾਂ? ਕੋਸ ਓਮੇਗਾ ਟੀ ਦਾ ਸਕੇਅਰ ਵੀ ਲੈ ਲਾ ਅਤੇ ਅੰਡਰ ਰੂਟ ਵੀ ਲੈ ਲਾ। ਇਸ ਤਰ੍ਹਾਂ ਨਾਲ ਲਿਖ ਸਕਦੀ ਹਾਂ ਮੈਂ, ਕੋਸ ਸਕੇਅਰ ਓਮੇਗਾ ਟੀ। ਕਿਉਂ ਲਿਖਿਆ? ਦੇਖੋ ਮੈਨੇ ਜੋ ਇਸ ਦੇ ਵਿੱਚ ਸਕੇਅਰ ਨਾਲ ਜਦੋਂ ਮੈਂ ਅੰਡਰ ਰੂਟ ਕਰ ਦੂੰਗੀ ਤਾਂ ਸੇਮ ਫਸਟ ਇਕੁਏਸ਼ਨ ਬਣ ਜੂਗੀ, ਇਸ ਲਈ ਮੈਨੇ ਇੱਥੇ ਕੀ ਲੈ ਲਿਆ? ਸਕੇਅਰ ਵੀ ਅਤੇ ਅੰਡਰ ਰੂਟ ਵੀ। ਹੁਣ ਦੇਖੋ, ਆਪਾਂ ਮੈਥ ਦੇ ਵਿੱਚ ਇੱਕ ਆਈਡੈਂਟਿਟੀ ਪੜ੍ਹੀ ਸੀ, ਕੋਸ ਸਕੇਅਰ ਓਮੇਗਾ ਟੀ ਕੋਸ ਸਕੇਅਰ ਐਕਸ ਪਲਸ ਸਾਈਨ ਸਕੇਅਰ ਐਕਸ ਇਜ਼ ਇਕੁਅਲ ਟੂ 1 ਹੁੰਦਾ। ਹੁਣ ਅਗਰ ਮੈਂ ਇਸ 'ਚੋਂ ਕੋਸ ਸਕੇਅਰ ਐਕਸ ਦੀ ਵੈਲਿਊ ਨਿਕਾਲਾਂ, ਕਿਸ ਤਰ੍ਹਾਂ ਨਿਕਲੂ? ਕੋਸ ਸਕੇਅਰ ਐਕਸ ਇਜ਼ ਇਕੁਅਲ ਟੂ 1 ਮਾਈਨਸ ਸਾਈਨ ਸਕੇਅਰ ਐਕਸ। ਸਿਮਿਲਰਲੀ ਇੱਥੇ ਆਪਾਂ ਕੀ ਹੈ? ਵੈਲਿਊ ਪੁੱਟ ਕਰ ਦਾਂਗੇ। ਕੀ ਬਣ ਜੂਗਾ ਆਪਣੇ ਕੋਲ? a ਓਮੇਗਾ ਅੰਡਰ ਰੂਟ 1 ਮਾਈਨਸ ਸਾਈਨ ਸਕੇਅਰ ਓਮੇਗਾ ਟੀ। ਕਲੀਅਰ ਹੋਇਆ ਸਟੈਪ? ਹੁਣ ਦੇਖੋ, ਇਸ ਦੇ ਵਿੱਚ ਆਪਣੇ ਕੋਲ ਕੀ ਹੈ? ਫਸਟ ਆਪਾਂ ਨੇ ਕੀ ਇਕੁਏਸ਼ਨ ਲਿਖੀ ਸੀ? y ਇਜ਼ ਇਕੁਅਲ ਟੂ a ਸਾਈਨ ਓਮੇਗਾ ਟੀ। ਤਾਂ ਫਸਟ ਇਕੁਏਸ਼ਨ ਲਿਖਵਾਈ ਸੀ ਤੁਹਾਨੂੰ, ਇਕੁਏਸ਼ਨ ਆਫ ਮੋਸ਼ਨ। ਸਾਈਨ ਓਮੇਗਾ ਟੀ ਦੀ ਅਗਰ ਵੈਲਿਊ ਨਿਕਾਲਣੀ ਹੋਵੇ ਕਿੰਨੀ ਆ ਗਈ? y/a। ਵੈਲਿਊ ਪੁੱਟ ਕਰ ਦਿਓ ਇਸ 'ਚ। ਜਦੋਂ ਵੈਲਿਊ ਪੁੱਟ ਕਰੋਗੇ ਕੀ ਬਣੇਗਾ? a ਓਮੇਗਾ ਅੰਡਰ ਰੂਟ 1 ਮਾਈਨਸ y ਸਕੇਅਰ ਅਪੋਨ a ਸਕੇਅਰ। ਐਲਸੀਐਮ ਲੈ ਲਓ ਇਸ ਦਾ, a ਓਮੇਗਾ ਅੰਡਰ ਰੂਟ 1 ਮਾਈਨਸ a ਸਕੇਅਰ ਮਾਈਨਸ y ਸਕੇਅਰ ਅਪੋਨ a ਸਕੇਅਰ। ठीक है जी। हुण ए स्केयर नाल की हो जू, ए अंडर रूट कैंसल हो जूगा, ए ओमेगा अंडर रूट ए स्केयर माइनस वाई स्केयर, नीचे की रह जाएगा इकल्ला ए रह जाएगा,
ए नाल ए की हो जाऊगा कैंसल हो जाऊगा, अपने कोल की आ गया ओमेगा अंडर रूट ए स्केयर माइनस वी स्केयर। देखो नाल की चल रहा अपना डी वाई बाय डी टी। चेंज इन अगर आप गल करिए फंक्शन विद रिस्पैक्ट टू टाइम टी, तो इसनों आप की बोल देंगे वेलोसिटी, स्मॉल वी लिख देंगे। चेंज इन डिसप्लेसमेंट, वेलोसिटी की होंगे अपने को चेंज इन डिसप्लेसमेंट विद रिस्पैक्ट टू टाइम, उसनों आप की कह दें वेलोसिटी। इत्थे ये अपने को किसका रिलेशन बन गया वेलोसिटी का, दोबारा लिख दें वेलोसिटी का की रिलेशन है अपने को ओमेगा अंडर रूट ए स्केयर माइनस वाई स्केयर। क्लीयर, फर्स्ट आ गया रिलेशन डिसप्लेसमेंट ते वेलोसिटी। नैक्सट आप एक्सेलेरेशन निकालांगे। देखो एक्सेलेरेशन की होंगी है, एक्सेलेरेशन की होंगी है चेंज इन वेलोसिटी विद रिस्पैक्ट टू टाइम, या कि लिख सकते हो डबल डेरिवेटिव ऑफ डिसप्लेसमेंट विद रिस्पैक्ट टू टाइम। ये एक्सेलेरेशन का फॉर्मूला है। हुण अगर मैं की करा एक्सेलेरेशन निकालनी है मीनस डी स्केयर वाई बाय डी टी स्केयर, जो अपने को फस्ट डी वाई बाय डी टी सी उहदा आपां दोबारा फंक्शन कर देंगे डेरीवेटिव। डी वाई बाय डी टी की सी अपने को ए ओमेगा कॉस ओमेगा टी। देखो इस दे विच ए तो अपने को सिंपली इस तरह नाल ही रह जाएगा, ए तो इदा ही आ गया, ओमेगा भी इदा आ गया। कॉस ओमेगा टी का की डेरीवेटिव होंगे माइनस साइन ओमेगा टी, नाल ओमेगा लगूगा आह बन जूगा। इसनों जो इकट्ठा करांगे की बनू माइनस ए ओमेगा स्केयर साइन ओमेगा टी। क्लीयर, इस दे विच ओमेगा स्केयर अगर आप कॉमन कर दिए माइनस ओमेगा स्केयर, अंदर की रह गया ए साइन ओमेगा टी। क्लीयर, देखो हुण अपने कोल ये जो है ये अपने फस्ट जो स्टार्टिंग की सी, इसनों आप की लैके चलते हैं इक्वेशन ऑफ मोशन मतलब वाई, तो इस दे विच वैल्यूज़ नूं पुट कर दो माइनस ओमेगा स्केयर वाई, किस दे इक्वल आया अपने कोल एक्सेलेरेशन दे ए दे। आ बन गया अपने को रिलेशन, सैकेंड रिलेशन बन गया एक्सेलेरेशन ते डिसप्लेसमेंट दे विचकार रिलेशन बने अपने को। ठीक है जी, ये तुसी चीज़ां की ने ध्यान दे विच रखनी है सो दैट तुहानू कोई भी कन्फ्यूजन ना होवे। क्लीयर, नैक्सट आप गल करांगे, नैक्सट कुछ टर्म्स दियां गल करांगे जो तुहाडे लई याद करनी है, तुहानू पता होनियां जरूरी है सो दैट अगे कोई भी प्रॉब्लम ना आवे। सब तो पहला अगर मैं गल करा, देखो फस्ट की है अपने को, फस्ट की है टर्म्स दे विचों SHM दियां कुछ टर्म्स डिस्कस करांगे। फस्ट है वाइब्रेटरी मोशन, वाइब्रेटरी मोशन। वाइब्रेटरी मोशन की हुंदा मैं तुहानू दस्सिया सी, जिस दे विच की होवे अपने कोल टू एंड फ्रो मोशन, टू एंड फ्रो मोशन होवे। अपना जिवें फोन वाइब्रेट करता है या फिर आप पेंडुलम अगे पिछे जाता है, वो मैं वैसे वाइब्रेट तो एग्जाम्पल ली है क्योंकि वो हिलना शुरू कर देंगे ऑन सेम पाथ। सेम पाथ ते टू एंड फ्रो मोशन होवे उसनों आप की कह दें वाइब्रेटरी मोशन। नैक्सट है अपने को ओसीलेटरी की होंगे। फिर ओसीलेटरी का मतलब की है जो बैक एंड फ्रोथ है मोशन, वेरिएशन है जो बैक एंड फ्रोथ वेरिएशन है वो की होगी फिजिकल क्वांटिटी है एक जो विद रिस्पैक्ट टू टाइम होएगी। ਇਹਦੇ ਵਿੱਚ ਕੀ ਹੋगी विद रिस्पैक्ट टू टाइम होएगी, उस दे विच टाइम की कोई गल नहीं की गई है वाइब्रेटरी दे विच, बट ओसीलेटरी दे विच विद रिस्पैक्ट टू टाइम के नाल चेंज आऊगा जिन्ना भी आऊगा। क्लीयर, नैक्सट थर्ड वन है अपने को, थर्ड वन अगर आप गल करिए, देखो हुण इक्विलिब्रियम दे विच अगर आप गल करिए वो तो तुहानू पता ही है जदों अपने को जो अगर आप गल करिए ये की हुंदी है जो इक्विलिब्रियम वैल्यू हुंदी है किसी भी वेरीएबल दी, इसका मतलब की हुंदा है एक फिजिकल क्वांटिटी है जो आपां की दिंदी है वैल्यू दिंदी है, फिजिकल क्वांटिटी है जो आपां की दिंदी है कोई ना कोई वैल्यू दिंदी है। जदों आपां की डिस्कस करांगे आपां इलैक्ट्रिकल ओसीलेटर नूं की करांगे डिस्कस करांगे। ठीक है जी, क्लीयर होया। नैक्सट देखो जो टर्म है नैक्सट है फ्रीक्वेंसी। फ्रीक्वेंसी देखो की होंदी है,
फ्रीक्वेंसी का मतलब है नंबर ऑफ वेरिएशंस पर सेकेंड, नंबर ऑफ वाइब्रेशंस, नंबर ऑफ वाइब्रेशंस पर सेकेंड। एक सैकेंड दे विच कितनियां वाइब्रेशनस हो रही उसनों की कह दें आप फ्रीक्वेंसी कह दें। इसनों न्यू नाल डिनोट किया जाता है। जो भी ये टर्म्स करवा रही है ना, ये अगे आपां जरूरत पै सकती है, इसलिए ये टर्म्स नूं मैं डिस्कस कर रही हाँ जो इंपॉर्टेंट है। क्लीयर। नैक्सट अगर आप गल करिए, देखो फेज़, फेज़ भी वर्ड अगे यूज़ होगा। फेज़ का मतलब की है, ये मेयर करता है इन टर्म्स ऑफ एंगल्स और टाइम पीरियड। एंगल्स या फिर टाइम पीरियड दे अगर आप बेसिस ते करिए, जदों की है पार्टिकल कित्थे रीचड करता है इट्स प्रेजेंट पोजीशन, जदों पार्टिकल अपनी प्रेजेंट पोजीशन ते दोबारा पहुँचता है। ठीक है जी, प्रेजेंट पोजीशन स्टार्टिंग फ्रॉम मेन पोजीशन। मेन पोजीशन तो स्टार्ट होके जदों अपनी प्रेजेंट पोजीशन ते दोबारा पहुँचता है, तो जदों आप इन टर्म्स ऑफ उन्होंने एंगल या टाइम पीरियड के बेसिस ते मेयर करते हैं, उसनों की कहा जाता है, फेज़ कहा जाता है। ठीक है जी, जिमें सिंपल हारमोनिक इक्वेशन दे विच आपां की लिखते होंगे, ए कॉस ओमेगा टी प्लस फाई वाई इज़ इक्वल टू, तो जो ओमेगा टी प्लस फाई है अपने कोल की है, फेज़ की है अपने कोल, फेज़ है। ठीक है जी, फाई इसका मतलब क्या है, इनीशियल फेज़ है। जो अपने कोल टाइम अगर की हो जाता है, जीरो हो जाता है, तो फाई अपने कोल की आ जाऊगा, इनीशियल फेज़, जो स्टार्टिंग वाला फेज़ होएगा। ठीक है जी, नैक्सट आप गल करांगे रिलेशन बिटवीन फ्रीक्वेंसी वाइब्रेशन एंड टाइम। टाइम ते वाइब्रेशन नूं एफ नाल भी लिखा जाता है। की रिलेशन हुंदा है, जो अपने कोल टाइम जिन्ना टाइम लगता है टू कंप्लीट वन ओसीलेशन या वाइब्रेशन, उसनों टाइम पीरियड कहा जाता है। ठीक है जी, एक ओसीलेशन नूं कंप्लीट होने च जिन्ना टाइम लगता है उसनों टाइम पीरियड कहा जाता है। जो टाइम है ये इनवर्सली प्रपोर्शनल किस दे हुंदा है अपने कोल, वाइब्रेशन दे, एफ दे 1/f, तो एफ इज़ इक्वल टू किस दे आ गया 1/t दे। ठीक है जी, ये अपने कोल की है, रिलेशन है अपने कोल वाइब्रेशन एंड टाइम पीरियड का। क्लीयर। ये कुछ टर्म्स सीगियां जो तुहानू की है पता होनिया चाहिए ने, इसलिए आपने की कर लिया, इन्हों डिस्कस कर लिया। नैक्सट आप गल करांगे डैंपिंग की। नैक्सट आप डिस्कस करांगे कि डैंपिंग की होंदी है। हाँ जी, देखो अगर मैं गल करा डैंपिंग की, डैंपिंग तो डैंपिंग का मतलब की है, मैकेनिज़म जो की है रिजल्ट इन डिसिपेशन ऑफ एनर्जी। वो मैकेनिज़म है ये, वो प्रोसैस है जिस दे विच अगर आप गल करिए एनर्जी की होंदी है, लूज होंदी है। एनर्जी की होंदी है अपने कोल, लोस्ट होंदी है, लूज होंदी है। ठीक है जी, कदों जो भी कोई ना कोई यह प्रोसैस करते हैं तो एनर्जी का लोस्ट होना, लूज होना, उसनों की कह दें आप डैंपिंग। डैंपिंग टू टाइप्स की होंदी है। फर्स्ट इज़ मकैनिकल ऑसीलेटर, मकैनिकल ऑसीलेटर। सेकेंड वन इज़ इलैक्ट्रिकल ऑसीलेटर, इलैक्ट्रिकल ऑसीलेटर। क्लियर, दो तरह की होंदी है। डिस्कस करते हैं सब तो पहला जो अपना फर्स्ट केस है मकैनिकल ऑसीलेटर। फर्स्ट केस डिस्कस करांगे मकैनिकल ऑसीलेटर नूं डिस्कस करांगे। ध्यान नाल समझियो, इसनूं हर चीज़ हर कंसैप्ट क्लीयर करांगे आपां। स्टार्ट करते हैं, देखो सब तो पहला किस तरह नाल इसनूं क्लीयर किया जाता है। मकैनिकल ऑसीलेटर की अगर आप कॉमन जी एग्जाम्पल की गल करिए तो वह की है, जो कोई ना कोई मास नूं आपां की किया जाए, अटैच किया जाए स्प्रिंग दे नाल, अटैच किहदे नाल किया जाए, स्प्रिंग दे नाल, तो उसनों की कह दें आप मकैनिकल ऑसीलेटर कह दें। देखो हुण कंसीडर कर लो, मान लैने आप कोई ये कोई बेस है, इत्थे आपां ने कोई सपोर्ट लगाती, रिजिड सपोर्ट लगाई है। ठीक है जी,
ਇਹ ਅਗਰ ਆਪਾਂ ਗੱਲ ਕਰੀਏ ਇੱਥੇ ਆਪਣੇ ਕੋਲ ਕੋਈ ਨਾ ਕੋਈ ਕੀ ਪ੍ਰੈਜ਼ੈਂਟ ਹੈ, ਮਾਸ ਪ੍ਰੈਜ਼ੈਂਟ ਹੈ m। ਇਹ ਆਪਣੇ ਕੋਲ m ਮਾਸ ਪ੍ਰੈਜ਼ੈਂਟ ਹੈ। ਜਿੱਥੇ ਇੱਕ ਸਪਰਿੰਗ ਆ ਰਿਹਾ, ਇੱਥੇ ਤੱਕ ਕੀ ਆ ਰਿਹਾ, ਸਪਰਿੰਗ ਆ ਰਿਹਾ। ਜੋ ਅਗਰ ਇਸ ਨੂੰ ਛੋੜਾਂਗੇ ਤਾਂ ਇਹ E1 ਐਕਸਟ੍ਰੀਮ ਪੋਜੀਸ਼ਨ ਹੈ। ਨੈਕਸਟ ਕੀ ਆਪਣੇ ਕੋਲ ਇੱਕ E2 ਇੱਥੇ ਐਕਸਟ੍ਰੀਮ ਪੋਜੀਸ਼ਨ ਹੈ ਸੈਕਿੰਡ। ਕਲੀਅਰ। ਸੈਂਟਰ ਦੇ ਵਿੱਚ ਕੀ ਹੈ, O ਪੁਆਇੰਟ ਹੈ, ਸੈਂਟਰ ਮੀਨ ਲਗਾ ਲਓ। ਕਲੀਅਰ। ਇਸ ਤਰ੍ਹਾਂ ਨਾਲ ਇਹਨਾਂ ਦੇ ਵਿੱਚ ਜੋ ਬਿਟਵੀਨ ਡਿਸਟੈਂਸ ਹੈ ਉਹ ਆਪਾਂ ਕੈਪੀਟਲ A ਲਵਾਂਗੇ। ਇਹਨਾਂ ਦੇ ਵਿਚਕਾਰ ਵੀ ਡਿਸਟੈਂਸ ਸੇਮ ਹੈ A। ਹੁਣ ਦੇਖੋ ਕੀ ਹੈ, ਆਪਾਂ ਨੇ ਸਪੋਜ਼ ਕਰ ਲਿਆ ਜੋ ਮਾਸ ਹੈ ਇਹ ਸਲਾਈਡ ਕਰ ਰਿਹਾ ਹੈ ਔਨ ਅ ਫ੍ਰਿਕਸ਼ਨਲੈਸ ਸਰਫੇਸ। ਆ ਇੱਕ ਫ੍ਰਿਕਸ਼ਨਲੈਸ ਸਰਫੇਸ ਹੈ, ਇਸ ਦੇ ਉੱਪਰ ਜੋ ਇਹ ਮਾਸ ਹੈ ਇਹ ਕੀ ਕਰ ਰਿਹਾ, ਸਲਾਈਡ ਕਰ ਰਿਹਾ। ਅਗਰ ਆਪਾਂ ਗੱਲ ਕਰੀਏ ਉਹ ਕੀ ਹੈ, ਆਪਣੇ ਕੋਲ ਇਕੁਇਲਿਬਰੀਅਮ ਪੋਜੀਸ਼ਨ ਹੈ। ਮੈਂ ਹੁਣੇ ਦੱਸਿਆ ਸੀ ਇਹ ਕੀ ਆਪਣੇ ਕੋਲ O ਜੋ ਸੈਂਟਰ 'ਚ ਮੀਨ ਹੈ, ਇਕੁਇਲਿਬਰੀਅਮ ਪੋਜੀਸ਼ਨ ਹੈ ਮਾਸ ਦੀ। ਮਾਸ ਹਜੇ ਕਿੱਥੇ ਪਿਆ, ਰੈਸਟ ਤੇ ਪਿਆ। ਠੀਕ ਹੈ ਜੀ, ਮਾਸ ਹਜੇ ਕਿੱਥੇ ਆਪਣੇ ਕੋਲ ਮੇਨ ਪੋਜੀਸ਼ਨ ਤੇ ਹੈ, ਰੈਸਟ ਤੇ ਹੈ। ਕੋਈ ਵੀ ਚੀਜ਼ ਓਸੀਲੇਟ ਨਹੀਂ ਕਰ ਰਹੀ, ਓਸੀਲੇਸ਼ਨਸ ਨਹੀਂ ਹੋ ਰਹੀਆਂ ਇਸ ਦੇ ਵਿੱਚ। E1 ਤੇ E2 ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਦੋ ਐਕਸਟ੍ਰੀਮ ਪੋਜੀਸ਼ਨਸ ਨੇ। ਕਲੀਅਰ। ਹੁਣ ਅਗਰ ਆਪਾਂ ਗੱਲ ਕਰੀਏ ਇਸ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਫੋਰਸ ਕਦੋਂ ਲੱਗੂਗੀ, ਜਦੋਂ ਮਾਸ ਕੀ ਆਪਣੇ ਕੋਲ ਰਿਸਟੋਰ ਕਰੇ ਆਪਣੀ ਐਨਰਜੀ ਕਿੱਥੇ, ਇਕੁਇਲਿਬਰੀਅਮ ਪੋਜੀਸ਼ਨ ਤੇ। ਕਲੀਅਰ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਵਰਕ ਡਨ ਕਦੋਂ ਹੋਊਗਾ, ਜਦੋਂ ਮਾਸ ਜੋ ਸੈਂਟਰ ਤੇ O ਤੇ ਪ੍ਰੈਜ਼ੈਂਟ ਹੈ ਇਹ ਡਿਸਪਲੇਸ ਹੋ ਜਾਊਗਾ। ਕਿੱਥੇ ਪਹੁੰਚ ਜਾਊਗਾ, ਆਪਣੇ ਕੋਲ ਡਿਸਪਲੇਸ ਹੋ ਕੇ ਕੀ ਚੱਲ ਜਾਊਗਾ, E2 ਪੋਜੀਸ਼ਨ ਤੇ। ਮਤਲਬ ਥੋੜਾ ਜਿਹਾ ਹੋਰ ਖਿੱਚ ਲਿਆ ਆਪਾਂ, ਜੋ ਇਹ ਸਪਰਿੰਗ ਹੈ ਇਸ ਨੂੰ ਹੋਰ ਸਟ੍ਰੈਚ ਕਰਕੇ ਕਿੱਥੇ ਪਹੁੰਚਾਤਾ, E2 ਤੇ ਪਹੁੰਚਾਤਾ। ਠੀਕ ਹੈ ਜੀ। ਤਾਂ ਇਹ ਕੀ ਕਰੂਗਾ, ਇਹਦੇ ਕੋਲ ਕੋਈ ਨਾ ਕੋਈ ਕੀ ਹੋਗੀ, ਐਨਰਜੀ ਸਟੋਰ ਹੋਗੀ। ਕਿਸ ਫਾਰਮ ਦੇ ਵਿੱਚ, ਪੋਟੈਂਸ਼ੀਅਲ ਐਨਰਜੀ ਦੀ ਫਾਰਮ ਦੇ ਵਿੱਚ। ਕਲੀਅਰ। ਨੈਕਸਟ ਫਿਰ ਆਪਾਂ ਨੇ ਕੀ ਕੀਤਾ, ਜੋ ਆਪਣੇ ਕੋਲ ਸਪਰਿੰਗ ਹੈ ਉਸ ਨੂੰ ਰਿਲੀਜ਼ ਕਰਵਾਉਣਾ ਕੀ ਕਰਤਾ, ਸ਼ੁਰੂ ਕਰਤਾ। ਜੋ E2 ਤੇ ਪਹੁੰਚਿਆ ਸੀ ਆਪਣੇ ਕੋਲ ਇੱਥੇ ਸੀ, ਇਸ ਨੂੰ ਰਿਲੀਜ਼ ਕਰਵਾਉਣਾ ਸ਼ੁਰੂ ਕੀਤਾ। ਜਦੋਂ E2 ਤੇ ਰਿਲੀਜ਼ ਕਰਾਇਆ ਤਾਂ ਫੋਰਸ ਕਿੱਥੇ ਆ ਜੂਗੀ, ਮੇਨ ਪੋਜੀਸ਼ਨ ਤੇ ਆ ਜੂਗੀ। E2 ਤੋਂ ਕਿੱਥੋਂ ਆ ਜੂਗੀ, ਮੇਨ ਪੋਜੀਸ਼ਨ ਤੇ ਆ ਗਈ, O ਤੇ। ਜਦੋਂ ਉਹ O ਤੇ ਪਹੁੰਚ ਜਾਂਦੀ ਹੈ, ਮੇਨ ਐਕਸਟ੍ਰੀਮ E2 ਤੋਂ ਮੇਨ ਪਹੁੰਚ ਜਾਂਦੀ ਹੈ, ਤਾਂ ਆਪਣੇ ਕੋਲ ਇਸ ਟਾਈਮ ਕਿਹੜੀ ਐਨਰਜੀ ਆ ਜਾਏਗੀ, ਕਾਈਨੈਟਿਕ ਐਨਰਜੀ ਆ ਜਾਏਗੀ। ਠੀਕ ਹੈ ਜੀ। ਤਾਂ ਮਾਸ ਕੀ ਐਕਵਾਇਰ ਕਰੇਗਾ, ਕਾਈਨੈਟਿਕ ਐਨਰਜੀ ਕਰੇਗਾ। ਡਿਊ ਟੂ ਇਨਰਸ਼ੀਆ ਆਫ ਮੋਸ਼ਨ। ਇਨਰਸ਼ੀਆ ਆਫ ਮੋਸ਼ਨ ਦਾ ਕੀ ਮਤਲਬ ਹੈ, ਅਗਰ ਕੋਈ ਚੀਜ਼ ਰੈਸਟ ਤੇ ਹੈ ਤਾਂ ਰੈਸਟ ਤੇ ਰਹੇਗੀ, ਅਗਰ ਉਹ ਮੋਸ਼ਨ 'ਚ ਹੈ ਤਾਂ ਮੋਸ਼ਨ 'ਚ ਰਹੇਗੀ, ਅਨਟਿਲ ਜਿੰਨੇ ਤੱਕ ਆਪਾਂ ਕੋਈ ਨਾ ਕੋਈ ਫੋਰਸ ਅਪਲਾਈ ਨਹੀਂ ਕਰਦੇ ਇੰਟਰਨਲੀ ਜਾਂ ਐਕਸਟਰਨਲੀ। ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਕੀ ਹੈ, ਉਹ ਕੀ ਹੈ, ਜਦੋਂ O ਤੇ ਪਹੁੰਚ ਗਈ ਤਾਂ ਇਨਰਸ਼ੀਆ ਆਫ ਮੋਸ਼ਨ ਕਰਕੇ ਉਹ ਕਿੱਥੇ ਆ ਜਾਏਗੀ, ਆਪਣੇ ਕੋਲ E1 ਤੇ ਆ ਜਾਏਗੀ। ਮਤਲਬ ਬੈਕ ਜਾਣਾ ਕੀ ਕਰ ਦੇਗੀ, ਸ਼ੁਰੂ ਕਰ ਦੂਗੀ। ਤਾਂ ਇਸ ਦਾ ਮਤਲਬ ਕੀ ਹੋ ਰਿਹਾ, ਆਪਣੇ ਕੋਲ ਕੀ ਹੋ ਰਿਹਾ, ਆਪਣੇ ਕੋਲ ਕੰਪਰੈਸ਼ਨ ਹੋ ਰਿਹਾ। ਕੰਪਰੈਸ਼ਨ ਦੇਖੋ, ਮੈਂ ਦੁਬਾਰਾ ਇੱਥੇ ਤੱਕ ਦੱਸਦੀ ਹਾਂ। ਕੋਈ ਇੱਕ ਫ੍ਰਿਕਸ਼ਨਲੈਸ ਸਰਫੇਸ ਹੈ, ਮਾਸ ਇਕੁਇਲਿਬਰੀਅਮ O ਤੇ ਪਿਆ M, ਇਹ ਸਲਾਈਡ ਕਰਕੇ ਕਿੱਥੇ ਪਹੁੰਚ ਗਿਆ, E2 ਤੇ। ਫਿਰ ਦੁਬਾਰਾ ਰਿਲੀਜ਼ ਕੀਤਾ ਤਾਂ ਇਹ ਵਾਪਸ ਜਾਣਾ ਸ਼ੁਰੂ ਹੋ ਗਿਆ। ਜਦੋਂ ਤਾਂ E2 ਤੇ ਸੀ, ਪੋਟੈਂਸ਼ੀਅਲ ਐਨਰਜੀ ਸੀ, ਦੁਬਾਰਾ ਆਪਣੇ ਕੋਲ ਇਕੁਇਲਿਬਰੀਅਮ ਤੇ ਆਇਆ, ਕਾਈਨੈਟਿਕ ਐਨਰਜੀ। ਹੁਣ ਕਿੱਥੇ ਆ ਗਿਆ, E1 ਤੇ ਆਇਆ। ਤਾਂ ਇਸ ਦਾ ਮਤਲਬ ਸਪਰਿੰਗ ਕੀ ਹੋ ਰਿਹਾ ਹੈ, ਜੋ ਪਹਿਲਾਂ ਇਸ ਤਰ੍ਹਾਂ ਨਾਲ ਫੈਲ ਚੁੱਕਿਆ ਸੀ ਸਪਰਿੰਗ, ਹੁਣ ਉਹ ਕੀ ਹੋ ਰਿਹਾ, ਇਕੱਠਾ ਹੋ ਰਿਹਾ। ਇਸ ਦਾ ਮਤਲਬ ਕੀ ਹੋ ਰਿਹਾ, ਆਪਣੇ ਕੋਲ E1 ਤੇ ਆ ਕੇ ਕੰਪਰੈਸ਼ਨ ਸਟਾਰਟ ਹੋ ਰਿਹਾ, ਕੰਪਰੈਸ ਹੋ ਰਹੀ ਹੈ ਆਪਣੇ ਕੋਲ ਜੋ ਸਪਰਿੰਗ ਹੈ। ਠੀਕ ਹੈ ਜੀ। ਤਾਂ ਜਦੋਂ ਕੰਪਰੈਸ਼ਨ ਹੋ ਰਹੀ ਹੈ, ਆਪਣੇ ਕੋਲ ਕਿਸ ਤੇ ਪਹੁੰਚ ਗਿਆ, E1 ਤੇ ਪਹੁੰਚ ਗਿਆ, ਤਾਂ ਉੱਥੇ ਵੀ ਕੋਈ ਨਾ ਕੋਈ ਰਿਸਟੋਰਿੰਗ ਫੋਰਸ ਕੀ ਹੋਊਗੀ, ਸੈਟਅਪ ਹੋਊਗੀ। ਜੋ ਆਪਣੇ ਕੋਲ ਅਗਰ ਆਪਾਂ ਗੱਲ ਕਰੀਏ E1 ਤੇ ਵੀ ਕੀ ਹੋ ਜੂਗੀ, ਆਪਣੇ ਕੋਲ ਜੋ O ਵਾਲੀ ਕੰਪਰੈਸ਼ਨ ਤੋਂ ਬਾਅਦ ਪੋਟੈਂਸ਼ੀਅਲ ਐਨਰਜੀ ਸੈਟਅਪ ਹੋ ਜਾਏਗੀ, ਕਿੱਥੇ, ਆਪਣੇ ਕੋਲ E1 ਤੇ। ਠੀਕ ਹੈ। ਤਾਂ ਹੁਣ ਅਗਰ ਆਪਾਂ ਗੱਲ ਕਰੀਏ ਇਸ ਵੇ ਦੇ ਨਾਲ ਕੀ ਚੱਲਦਾ ਰਹੇਗਾ, ਮੀਨ ਟੂ ਐਕਸਟ੍ਰੀਮ, ਐਕਸਟ੍ਰੀਮ ਟੂ ਮੀਨ। ਤਾਂ ਇੱਥੇ ਅਗਰ ਆਪਾਂ ਗੱਲ ਕਰੀਏ ਤਾਂ ਜੋ ਆਪਣੇ ਕੋਲ ਦੋ ਪੁਆਇੰਟ ਨੇ E1 ਐਂਡ E2 ਮੀਨਸ ਐਕਸਟ੍ਰੀਮ ਪੋਜੀਸ਼ਨ ਨੇ, ਇੱਥੇ ਜੋ ਮਾਸ ਹੈ ਉਹ ਕੀ ਕਰੇਗਾ, ਓਸੀਲੇਟ ਕਰੇਗਾ। ਮਾਸ ਕੀ ਕਰੇਗਾ, ਓਸੀਲੇਟ ਕਰੇਗਾ। ਤਾਂ ਇਸ ਲਈ OE1 ਇਜ਼ ਇਕੁਅਲ ਟੂ ਕਿਸ ਦੇ ਹੋ ਜਾਊਗਾ, OE2, ਜੋ ਕਿਸ ਦੇ ਇਕੁਅਲ ਹੋ ਜਾਏਗਾ, ਆਪਣੇ ਕੋਲ ਇੱਥੇ ਹੁਣ ਆਪਾਂ ਕੀ ਲੈ ਲਾਂਗੇ, ਸਮੋਲ a, ਜੋ ਕੀ ਹੋਏਗਾ, ਐਂਪਲੀਟਿਊਡ ਹੋਏਗਾ। ਕਲੀਅਰ। ਸਮੋਲ a ਕੀ ਲੈ ਲਿਆ, ਆਪਣੇ ਕੋਲ ਐਂਪਲੀਟਿਊਡ ਹੋਊਗਾ ਓਸੀਲੇਸ਼ਨ ਆਫ ਮਾਸ, ਜਿਹਦਾ ਕੀ ਹੈ m। ਇੱਥੇ ਤੱਕ ਕਲੀਅਰ ਹੋਇਆ। ਨੈਕਸਟ ਬਾਏ ਅਗਰ ਆਪਾਂ ਗੱਲ ਕਰੀਏ ਹੁਕਸ ਲਾ। ਹੁਕਸ ਲਾ ਦੇ ਅਕੋਰਡਿੰਗ, ਹੁਕਸ ਲਾ ਦੇ ਅਕੋਰਡਿੰਗ ਆਫ ਇਲਾਸਟਿਸਿਟੀ,
जो रिस्टोरिंग फोर्स है वो डायरैक्टली प्रपोर्शनल होंदी है जो एक्सटेंशन हुई है या कंप्रैशन होया एक्स ਦੇ ਵਿੱਚ ਆਫ ਸਪਰਿੰਗ ਤਾਂ ਇਹ ਕੀ ਹੁੰਦੀ ਹੈ ਬਟ ਇਨ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਹੁੰਦੀ ਹੈ ਠੀਕ ਹੈ ਜੀ ਐਕਸ ਕੀ ਹੈ ਇੱਥੇ ਆਪਣੇ ਕੋਲ ਜੋ ਡਿਸਪਲੇਸਮੈਂਟ ਹੋਇਆ ਮਾਸ ਦਾ ਜੋ ਡਿਸਪਲੇਸਮੈਂਟ ਹੋਇਆ ਮਾਸ ਦਾ ਆਪਣੇ ਕੋਲ m ਜੋ ਮਾਸ ਪ੍ਰੈਜ਼ੈਂਸ ਸੀ ਉਸਦਾ ਡਿਸਪਲੇਸਮੈਂਟ ਹੋਇਆ ਇਨ ਓਪੋਜ਼ਿਟ ਡਾਇਰੈਕਸ਼ਨ ਕਲੀਅਰ ਤੇ ਇਸ ਦੇ ਵਿੱਚ ਦੋ ਕਰੈਕਟਰਿਸਟਿਕਸ ਆ ਜਾਂਦੀਆਂ ਫਸਟ ਆ ਜਾਂਦੀ ਹੈ ਆਪਣੇ ਕੋਲ ਇਨਰਸ਼ੀਆ ਸੈਕਿੰਡ वन की आ जाती है अपने को इलास्टिसिटी दोनों की ने इंपॉर्टेंट ने करैक्टरिस्टिक्स किस दे विच जदों आपां की करवा रहे हैं मकैनिकल ऑसीलेशन ਜਦੋਂ ਆਪਾਂ ਕੀ ਕਰਵਾ ਰਹੇ ਹਾਂ ਮਕੈਨੀਕਲ ਔਸੀਲੇਟਰ ਦੇ ਵਿੱਚ ਦੋਨੋਂ ਆਪਣੇ ਕੋਲ ਕੀ ਨੇ ਇੰਪੋਰਟੈਂਟ ਨੇ ਇਲਾਸਟਿਸਿਟੀ ਆਪਣੇ ਕੋਲ ਕਿਸ ਲਈ ਹੈ ਰੀਸਟੋਰਿੰਗ ਫੋਰਸ ਦੇ ਲਈ ਜਦੋਂ ਫੋਰਸ ਨੂੰ ਆਪਾਂ ਕੀ ਕਰਨਾ ਹੈ ਰੀਸਟੋਰ ਕਰਨਾ ਹੈ ਤੇ ਜੋ ਆਪਣੇ ਕੋਲ ਇਨਰਸ਼ੀ ਹੈ ਇਹ ਕਿਸ ਦੇ ਲਈ ਹੈ ਜੋ ਆਪਣੇ ਕੋਲ ਕੀ ਹੈ ਔਸੀਲੇਟਰੀ ਮੋਸ਼ਨ ਨੂੰ ਕਿਸ ਦੇ ਵਿੱਚ ਰੱਖਣ ਦੇ ਲਈ ਇਕੁਇਲਿਬਰੀਅਮ ਦੇ ਵਿੱਚ ਰੱਖਣ ਦੇ ਲਈ ਕਿਉਂਕਿ ਉਹ ਉਨਾ ਟਾਈਮ ਉੱਥੇ ਹੀ ਰਹੂਗਾ ਮਾਸ ਮੇਨ ਪੋਜੀਸ਼ਨ 'ਤੇ ਰਹੂਗਾ ਜਿੰਨੇ ਤੱਕ ਆਪਾਂ ਐਕਸਟਰਨਲ ਤੇ ਇੰਟਰਨਲ ਫੋਰਸ ਅਪਲਾਈ ਨਹੀਂ ਕਰਾਂਗੇ क्लीयर आई होप ਤੁਹਾਨੂੰ ਇਹ क्लीयर हो चुके हैं जिन्ना भी मैंने मकैनिकल ऑसीलेटर करवाया आई होप क्लीयर हो चुके हैं हाँ जी अज ਲਈ ਆਪਾਂ ਇੰਨਾ ਹੀ ਕਰਦੇ ਹਾਂ ठीक है जी नैक्सट ਆਪਾਂ ਮਕੈਨੀਕਲ ਔਸੀਲੇਟਰ ਦੀਆਂ ਜੋ એનર્ਜੀ ਫਾਰਮਸ ਹੈ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਅਗਰ ਤੁਹਾਨੂੰ ਕੋਈ ਡਾਊਟ ਹੁੰਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਮੈਂ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰ ਦਿਆ ਕਰੂੰਗੀ अगर मैं आंसर कमेंट बॉक्स के विच ही दे दिया करूँगी अगर वो मतलब स्मॉल आंसर होया एंड लाइक कर दिया करो वीडियो नू प्लीज़ शेयर करया करो अपने फ्रेंड्स के नाल मैक्सीमम शेयर करया करो सो दैट जो की है पेड कोर्स नहीं लै सकते जो बच्चे पेड कोर्स नहीं लै सकते वो फ्री ऑफ कॉस्ट जो मटीरियल मैं प्रोवाइड कर रही हूँ वो उन्होंने भी मिल सके ठीक है जी तो इसलिए शेयर करना ना भुलिया करो एंड टैलीग्राम ग्रुप में ज्वाइन कर लियो सो दैट तुहानू हर अपडेट टाइम टू टाइम मिलती रहे थैंक यू सो मच।